बिस्मिल्लाहिर्रहमानिर्रहीम जी। मुहम्मद सरफराज फिर दोस्तों की खिदमत हाज़र। मेरे नाल ने जनाब अनवार अल हक साहब। अनवार साहब जिहड़े महकमा लाइफ स्टाक एंड डेयरी डिवेलपमेंट दे विच जॉब करते हैं और जॉब तो अलावा इन्हां दा फील्ड का तजर्बा आ और उस तजर्बे दे विच इन्हां दे कोल अल्लाह ताला ने हिकमत और दनाई दी। इन्हां दे नाल गल्लां करते हैं। अनवार साहब अस्सलाम वालेकुम। वालेकुम अस्सलाम व रहमतुल्लाहि व बरकातहू। अच्छा सर, ਜਿਹੜੀਆਂ ਹੁੰਦੀਆਂ ਆ ਅੱਜ ਕੱਲ੍ਹ ਅਕਸਰ ਝੋਟੀਆਂ 'ਚ ਤਾਂ ਜ਼ਿਆਦਾ, ਗਾਈਆਂ ਦੇ ਵਿੱਚ ਵੀ ਆ ਗਿਆ ਮਸਲਾ, ਬਾਰ-ਬਾਰ ਫਿਰ ਜਾਂਦੀਆਂ, ਗੱਭਣ ਨਹੀਂ ਹੁੰਦੀਆਂ। ਇਹਦੀ ਵਜ੍ਹਾ ਕੀ ਆ ਔਰ ਉਹਨਾਂ ਦਾ ਕੀ ਇਲਾਜ ਕਰਨਾ ਚਾਹੀਦਾ? ਇਹਦਾ ਸਭ ਤੋਂ ਮੇਨ ਇਹ ਵਜ੍ਹਾ ਵਾ ਵੀ ਜਿਹੜਾ ਜਾਨਵਰ ਇਹਦਾ ਮੇਨ ਇਹ ਵੀ ਹਾਰਮੋਨ ਡਿਸਟਰਬ ਦੀ ਵਜ੍ਹਾ ਤੋਂ ਮਸਲਾ ਬਣ ਸਕਦਾ ਵਾ ਜੀ। ਇਸ ਤੋਂ ਇਲਾਵਾ ਬੱਚੇਦਾਨੀ ਦੀ ਇਨਫੈਕਸ਼ਨ ਦੀ ਵਜ੍ਹਾ ਤੋਂ ਮਸਲਾ ਬਣ ਸਕਦਾ। ਅੱਛਾ ਜੀ। ਹਾਂਜੀ, ਦੋ ਚੀਜ਼ਾਂ ਵਾ ਮੇਨ ਜੀ। ਅਗਰ ਤੇ ਹਾਰਮੋਨ ਵਗੈਰਾ, ਹਾਰਮੋਨ ਦਾ ਮਸਲਾ ਹੈ ਵਾ ਤੇ ਉਹ ਤੇ ਅੱਲਾ ਕਰੇ ਉਹ ਫਿਰ ਇੰਜੈਕਸ਼ਨ ਵਗੈਰਾ ਇਸਤੇਮਾਲ ਹੁੰਦੇ ਨੇ ਜਿਹੜੇ ਹਾਰਮੋਨ ਨੂੰ ਬਰਕਰਾਰ ਰੱਖਣ ਜੀ, ਆਪਣੇ ਟਾਈਮ ਸਿਰ ਹਾਰਮੋਨ ਪੈਦਾ ਹੋਵੇ। ਉਹ ਫਿਰ ਕੁਝ ਨਾ ਹੋਣ ਤਾਂ ਫਿਰ ਮਸਨੂਈ ਵੀ ਮੁੰਤਕਲ ਕਰਦੇ ਨੇ। ਇਹ ਹੁਣ ਆਮ ਜ਼ਿਮੀਂਦਾਰ ਨੂੰ ਜਾਂ ਫਾਰਮਰ ਨੂੰ ਕਿੱਦਾਂ ਪਤਾ ਲੱਗੇਗਾ ਕਿ ਇਹਦੇ ਕੀ ਮਸਲਾ ਆ? ਉਹ ਤੇ ਫਿਲਹਾਲ ਉਹਨਾਂ ਨੂੰ ਇਸ ਚੀਜ਼ ਦਾ ਤੇ ਨਹੀਂ ਪਤਾ ਹੋਣਾ ਜਿਨ੍ਹਾਂ ਨੇ ਸੈਮੀਨੇਸ਼ਨ, ਆਰਟੀਫੀਸ਼ੀਅਲ ਸੈਮੀਨੇਸ਼ਨ ਕਰਨੀ ਆ। ਹਾਂਜੀ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਏਗਾ। ਫਾਰਮਰ ਨੂੰ ਇਸ ਚੀਜ਼ ਦੇ ਮਤਲਬ ਕੋਈ ਪਤਾ ਨਹੀਂ ਹੈਗਾ। ਉਹ ਮਤਲਬ ਡਾਕਟਰਾਂ ਨੂੰ ਪਤਾ ਹੋਏਗਾ। ਹਾਂਜੀ ਠੀਕ ਹੈ। ਫਾਰਮਰ ਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਹੈ। ਸਹੀ ਹੈ ਜੀ। ਕਿਉਂਕਿ ਜਿਸ ਬੰਦੇ ਨੇ ਸੈਮੀਨੇਸ਼ਨ ਕਰਨੀ ਆ, AI ਕਰਨੀ ਆ, ਉਸ ਬੰਦੇ ਨੂੰ ਪਤਾ ਵਾ ਵੀ ਇਹਦਾ ਅੰਦਰ ਦਾ ਮਸਲਾ ਕੀ ਹੈ। ਠੀਕ ਹੈ ਜੀ। ਤੇ ਮੇਨ ਚੀਜ਼ ਦਾ ਦੂਸਰਾ ਆ ਜਾਂਦਾ ਇਨਫੈਕਸ਼ਨ। ਜੀ। ਇਨਫੈਕਸ਼ਨ ਦੇ ਵਿੱਚ ਇਹ ਆ ਵੀ ਜਾਨਵਰ ਨੂੰ ਬਾਰ-ਬਾਰ ਆਟਾ ਵਗੈਰਾ, ਗੰਦ ਵਗੈਰਾ ਸਿੱਟਣਾ। ਅਗਰ ਤੁਸੀਂ ਸੈਮੀਨੇਸ਼ਨ ਕਰਵਾ ਵੀ ਦਿੱਤੀ ਹੈ, ਨਸਲਕਸ਼ੀ ਕਰਵਾ ਦਿੱਤੀ ਹੈ ਜਾਂ ਕਿਸੇ ਵੱਛੇ ਕੱਟੇ ਕੋ ਵਗੈਰਾ ਕਰਵਾ ਦਿੱਤੀ ਹੈ, ਉਹ ਫਿਰ ਵੀ ਇਸ ਦੇ ਬਾਵਜੂਦ ਆਟਾ ਵਗੈਰਾ, ਗੰਦ ਵਗੈਰਾ ਸਿੱਟਣਾ ਸ਼ੁਰੂ ਕਰ ਦਿੰਦਾ ਤੇ 22 ਦਿਨਾਂ ਤੇ ਬੋਲਣਾ ਸ਼ੁਰੂ ਹੋ ਜਾਂਦਾ। ਤੇ ਜਾਨਵਰ ਜ਼ਿਆਦਾਤਰ, ਕੁਛ ਜਾਨਵਰ ਦੇ ਵਿੱਚ ਤੇ ਹੀਟ ਹਾਰਮੋਨ ਵਗੈਰਾ ਉਹ ਤੇਜ਼, ਜਿਹੜੇ ਹੀਟ ਦੇ ਵਿੱਚ ਲਿਆਉਂਦੇ ਨੇ ਹਾਰਮੋਨ, ਉਹ ਜ਼ਿਆਦਾ ਪੈਦਾ ਹੁੰਦੇ ਨੇ ਜੀ। ਉਹ ਇਹਦੇ ਵਿੱਚ ਇਹਦੀ ਵਜ੍ਹਾ ਤੋਂ ਕੁਛ ਤੇ ਜਾਨਵਰ ਕੋਈ 11ਵਾਂ ਦਿਨ, 12ਵੇਂ ਦਿਨ ਬੋਲਣਾ। ਮੇਨ ਜਿਹੜਾ ਇਹਨਾਂ ਦਾ ਟਾਈਮ ਆ ਉਹ 22 ਦਿਨ ਦਾ। ਬਾਈਆ ਕਹਿੰਦੇ ਆ। ਬਾਈਆ ਕਹਿੰਦੇ ਨੇ। ਹਾਂਜੀ, ਉਹ 22 ਦੇ ਜਾਨਵਰ ਬੋਲਦਾ ਹੈ ਜੀ। ਤੇ ਜਿਹੜਾ ਮੇਨ ਜਿਹੜਾ ਇਹਨਾਂ ਦਾ ਟਾਈਮ ਆ ਉਹ 22 ਵਾ ਜੀ। ਇਸ ਤੋਂ ਇਲਾਵਾ ਜਿਹੜਾ ਉਹ ਫਿਰ ਘੱਟ ਵੱਧ ਜਿਹੜੇ ਹਾਰਮੋਨ ਆ, ਉਹ ਹਾਰਮੋਨ ਦੀ ਡਿਸਟਰਬ ਦੀ ਵਜ੍ਹਾ ਤੇ ਮਸਲਾ ਬਣਦਾ। ਤੇ ਦੂਸਰਾ ਮੇਨ ਇਹ ਚੀਜ਼ ਆ ਵੀ ਪਹਿਲਣਾ ਵਗੈਰਾ। ਹਾਂਜੀ, ਪਹਿਲਣਾ ਦੇ ਵਿੱਚ ਤੇ ਜੇ ਤੇ ਬਾਲਗ ਹੋ ਜਾਣ ਤੇ ਫਿਰ ਉਹਨੂੰ ਕਰਵਾਉਣਾ ਚਾਹੀਦਾ। ਜਿਹੜੇ ਨਾ ਬਾਲਗ ਹੋਣ ਉਹਨੂੰ ਨਾ ਕਰਵਾਓ, ਉਹ ਬਿਹਤਰ ਆ। ਠੀਕ ਹੈ। ਕੁਛ ਤੇ ਖੀਰੀਆਂ ਮਸਲਨ ਦੋਂਦੀਆਂ ਵਗੈਰਾ ਬਾਲਗ ਨਹੀਂ ਹੋਈਆਂ, ਉਹਨੂੰ ਵੀ ਜਾਨਵਰ ਨੂੰ ਕਰਵਾ ਦਿੰਦੇ। ਉਹ ਝੋਟੀਆਂ ਵੈੜੀਆਂ ਨੂੰ ਕਰਵਾ ਦਿੰਦੇ ਜੀ, ਮਗਰ ਇਹ ਗਲਤ ਕਰਦੇ ਨੇ। ਸਹੀ। ਮਗਰ ਅੱਜ ਬਾਲਗ ਹੋਵੇ ਜਾਨਵਰ, ਉਹਦੇ ਵਿੱਚ ਤੁਸੀਂ ਕਰਵਾਓਗੇ, ਉਹ ਕਰਵਾਓਗੇ ਤੇ ਉਹ ਬਿਹਤਰ ਹੋਏਗਾ। ਉਹ ਖਲੋਏਗਾ ਵੀ, ਹਾਰਮੋਨ ਉਹਦੇ ਪੂਰੇ ਵੀ ਪੈਦਾ ਹੋਣਗੇ ਤੇ ਇਸ ਤੋਂ ਇਲਾਵਾ ਦੂਸਰਾ ਮਸਲਾ ਇਨਫੈਕਸ਼ਨ ਵਗੈਰਾ ਦਾ ਮਸਲਾ ਵੀ ਨਾ ਹੋਏਗਾ ਜੀ। ਤੇ ਮੇਨ ਜਿਹੜਾ ਪਹਿਲਣਾ ਦੇ ਵਿੱਚ ਉਹ ਮਸਲਾ ਬਣਦਾ, ਡੰਗਰ ਨਹੀਂ ਠਹਿਰਦਾ। ਇਸ ਤੋਂ ਇਲਾਵਾ ਹੀਟ ਤੇ ਇੱਕ ਲੈਦਾ ਵੇ, ਇੱਕ ਡੰਗਰ ਨਹੀਂ ਠਹਿਰਦਾ। ਉਹਦਾ ਮਸਲਾ ਇਹ ਬਣਦਾ ਵੀ ਓਵਰੀ ਦੇ ਵਿੱਚੋਂ ਐਗ ਨਹੀਂ ਖਾਰਜ ਹੁੰਦਾ। ਅੱਛਾ ਜੀ। ਉਹਦੇ ਵਿੱਚ ਸਭ ਤੋਂ ਪਹਿਲਾਂ ਜਾਨਵਰ ਨੂੰ ਇਸਤੇਮਾਲ ਕਰਾਉਂਦੇ ਜੀ ਅਸੀਂ ਕੰਸਟਰਕਟ ਆਇਲ ਇੰਜੈਕਸ਼ਨ ਇਸਤੇਮਾਲ ਕਰਾ ਲੈਂਦੇ ਹਾਂ ਜੀ। ਵੀ 2 ਘੰਟੇ ਜਾਂ 3 ਘੰਟੇ ਪਹਿਲਾਂ ਇਸਤੇਮਾਲ ਕਰਾ ਲੈਂਦੇ ਹਾਂ। ਉਹ ਲਾਉਣਾ ਪੈਂਦਾ ਜਾਂ ਖਿਲਾਉਣਾ ਪੈਂਦਾ? ਨਹੀਂ, ਲਾਉਣਾ ਪੈਂਦਾ। ਉਹ 2-3 ਘੰਟੇ ਪਹਿਲਾਂ ਇਸਤੇਮਾਲ ਕਰਾਉਣਾ ਪੈਂਦਾ। ਅੱਛਾ ਜੀ। ਉਹਦੇ ਵਿੱਚ ਅੱਲਾ ਕਰਿਆ ਰਿਜ਼ਲਟ ਅੱਛਾ ਮਿਲ ਜਾਂਦਾ। ਅੱਛਾ ਜੀ। ਮੇਨ ਜਿਹੜਾ ਮਸਲਾ ਬਣਦਾ ਉਹ ਇਹ ਬਣ ਜਾਂਦਾ ਜੀ। ਤੇ ਜ਼ਿਆਦਾ ਜਿਹੜਾ ਉਹ ਦੂਸਰੇ ਤਰੀਕੇ ਨਾਲ ਫਿਰ ਉਹ ਜੇ ਅਗਰ ਇਨਫੈਕਸ਼ਨ ਵਗੈਰਾ ਦਾ, ਹਾਰਨ ਵਗੈਰਾ ਦਾ, ਵਜਾਨਾ ਵਗੈਰਾ ਦਾ ਮਸਲਾ ਹੋਵੇ ਜੀ, ਤੇ ਉਹ ਅੱਲਾ ਕਰੇ ਫਿਰ ਦਵਾਈ ਵਗੈਰਾ ਨਾ ਰੱਖਦੇ ਹਾਂ ਅਸੀਂ। ਦਵਾਈ ਇਸਤੇਮਾਲ ਕਰ ਸਕਦੇ ਹਾਂ। ਔਰ ਟਿਊਬਾਂ ਵਗੈਰਾ, ਯੂਟਰਸ ਫਲੋਰ ਵਗੈਰਾ, ਔਰ ਪਰ ਬੜੀਆਂ ਟਿਊਬਾਂ ਨੇ, ਟਿਊਬਾਂ ਵੀ ਇਸਤੇਮਾਲ ਕਰ ਸਕਦੇ ਹਾਂ। ਮਤਲਬ ਕਹਿਣ ਦਾ ਇਹ ਆ ਕਿ ਬਾਅਦ ਲੋਕ ਕਹਿੰਦੇ ਕਿ ਜੀ ਇਹ ਫਿਰ ਜਾਂਦੀ, ਬਾਰ-ਬਾਰ ਇਹਨੂੰ ਕਸਾਈਆਂ ਨੂੰ ਦੇ ਦਿਓ। ਕਸਾਈਆਂ ਨੂੰ ਦੇਣ ਦੀ ਲੋੜ ਨਹੀਂ, ਕਾਬਲੇ ਇਲਾਜ ਹੈ। ਹਾਂਜੀ, ਇਹ ਟ੍ਰੀਟਮੈਂਟ ਇਹਦਾ ਕਰਾਉਣਾ ਚਾਹੀਦਾ, ਜ਼ਰੂਰੀ ਹੈ ਜੀ। ਠੀਕ ਹੋ ਗਿਆ। ਕਿਉਂਕਿ ਇੱਕ ਨਸਲਦਾਰ ਜਾਨਵਰ ਆ, ਤੁਸੀਂ ਉਹ ਇਹ ਕਸਾਈ ਨੂੰ ਦੇ ਦਿਓਗੇ ਤੇ ਉਹ ਫਿਰ ਤੁਹਾਡੇ ਵਾਸਤੇ ਫਾਇਦਾ ਨਹੀਂ ਹੋਏਗਾ। ਹਾਂਜੀ, ਉਹਦੀ ਨਸਲ ਅਗਰ ਵਧੇਗੀ ਤੇ ਫਾਇਦਾ ਮੁਲਕ ਨੂੰ, ਕੌਮ ਨੂੰ, ਆਪ ਨੂੰ। ਹਾਂਜੀ, ਤੇ ਅਗਰ ਨੂੰ ਫਾਇਦਾ ਹੋਏਗਾ। ਸਭ ਤੋਂ ਮੇਨ ਜਿਹੜੀ ਚੀਜ਼ ਆ ਉਹ ਫਾਰਮਰ ਨੂੰ ਫਾਇਦਾ ਹੋਏਗਾ। ਹਾਂਜੀ, ਫਾਰਮਰ ਨੂੰ ਫਾਇਦਾ ਹੋਣਾ ਤੇ ਉਹ ਫਿਰ ਸਾਰਿਆਂ ਨੂੰ ਫਾਇਦਾ ਹੋਣਾ। ਹਾਂਜੀ ਹਾਂਜੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ। अल्लाह ताला तुहानू सलामत रखे। पाकिस्तान जिंदाबाद।